कि एक औरत ਨੂੰ ਭੇਜਣਾ ਚਾਹੀਦਾ ਸੀ, ਇੱਕ ਕਿਸੇ ਦਲਿਤ ਭਾਈਚਾਰੇ ਚੋਂ ਕਿਸੇ ਸੂਝਵਾਨ ਨੂੰ ਭੇਜਣਾ ਚਾਹੀਦਾ ਸੀ। ਹਕੀਕਤ ਦੇ ਮੁਤਾਬਕ ਰਾਜਨੀਤੀ ਤੋਂ ਹਟ ਕੇ ਕਈ ਵਾਰ ਤੁਹਾਨੂੰ ਪਤਾ ਫਿਰ ਇਹੋ ਜਿਹੇ ਮਾਮਲੇ 'ਚ ਸੀਨਾ ਵੀ ਤਾਨਣਾ ਪੈਂਦਾ ਤੇ ਤਿਆਗ ਵੀ ਦੇਣਾ ਪੈਂਦਾ ਕਿ ਸਾਨੂੰ ਕੋਈ ਚਿਹਰਾ ਐਸਾ ਦਿਖਦਾ ਹੈ। मैं किसी एक दी गल नहीं करूं, मेरी किसी नाल कोई निजी विरोधता नहीं है, मुखालफत नहीं है कि सानू किसी ते कोई इस तरह दा एक यकीन है, एक जिदा कह लीए कि बुलंद आवाज साडे हक दे विच उठे ते खास तौर ते बीबियां दे वर्ग ने बहुत वड्डे पद्धर ते वोट इन्हां नूं करी है। अच्छा, अज उन्हां दी नुमाइंदगी तुहानूं सत्ता च नजर नहीं आई। फिर जे तुसीं देखोगे पछड़ियां शहरां जिन्हां दी वसों ਆਪਾਂ ਅਨੁਪਾਤ ਦੇ ਹਿਸਾਬ ਨਾਲ ਲਈਏ ਤੇ ਉਹ ਸਾਡੇ ਇੱਥੇ ਐਸੀ ਭਾਈਚਾਰੇ ਦੀ ਵਸੋਂ ਵੇਖ ਲਓ ਕਿੰਨੀ ਬਣਦੀ ਹੈ। ਉਹਦੇ ਮੱਦੇਨਜ਼ਰ ਪਾਲਿਸੀਆਂ ਬਣਦੀਆਂ, ਰਾਜਨੀਤਿਕ ਏਜੰਡੇ ਰੱਖੇ ਜਾਂਦੇ, ਪਰ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੀ ਨੁਮਾਇੰਦਗੀ ਪੀਐਮਬੀ ਦਾ ਰੌਲਾ ਪਿਆ। ਪੰਜਾਬ ਯੂਨੀਵਰਸਿਟੀ ਦਾ ਦੇਖੋ ਹੁਣ ਮਸਲਾ ਜਿਹੜਾ ਚੱਲ ਪਿਆ ਨਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕੀ ਇਸ ਤਰ੍ਹਾਂ ਦੇ ਮਸਲੇ ਆਤੇ ਜੋ ਸਾਡੇ ਜਜ਼ਬਾਤੀ ਮਸਲੇ ਨੇ, ਜੋ ਹੱਕ ਹਕੂਕਾਂ ਦੇ ਮਸਲੇ ਨੇ, ਕਿ ਰਾਜ ਸਭਾ ਦੇ ਵਿੱਚ ਕੋਈ ਬੁਲੰਦ ਆਵਾਜ਼ ਜਿਹੜੀ ਆ ਉਹ ਇਹਨਾਂ ਦੀ ਗੱਲ ਕਰ ਸਕੇਗੀ। ਮਸਲਾ ਇਹ ਆ, ਮਸਲਾ ਇਹ ਨਹੀਂ ਹੈ ਕਿ ਕੌਮ ਜਾ ਰਿਹਾ ਕੌਮ ਨਹੀਂ ਜਾ ਰਹੀ। ਤੁਸੀਂ ਜੇ ਕੰਪੇਅਰ ਕਰੋਗੇ ਤਾਂ ਕੁਝ ਹੋਰ ਰਾਜਾਂ ਦੇ ਮੁਕਾਬਲੇ ਵੀ ਦਿੱਲੀ ਰਾਜ ਜਿਹਨੂੰ ਆਪਾਂ ਮਾਡਲ ਜਿਹਦੀ ਚਰਚਾ ਹੋ ਰਹੀ ਹੈ, ਬੇਸਿਕਲੀ ਚਰਚਾ ਤੇ ਇਹੀ ਹੋਈ ਹੈ ਨਾ, ਜੇ ਮੰਨ ਲਓ ਦਿੱਲੀ ਪਹਿਲੇ ਨੰਬਰ ਤੇ ਹੁੰਦਾ ਤੇ ਪੰਜਾਬ ਦੂਜੇ ਨੰਬਰ ਤੇ ਹੁੰਦਾ, ਫਿਰ ਫਰੌਡ ਕਹਿ ਦੇਣਾ ਸੀਗਾ ਕਿਸੇ ਨੇ। ਕਿ ਜਿਨ੍ਹਾਂ ਲੋਕਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ, ਤੁਹਾਡੇ ਮੁਤਾਬਕ ਉਹਨਾਂ ਦੇ ਨਾਮ ਸਰਕਾਰ ਨੂੰ ਨਸ਼ਰ ਕਰਨੇ ਚਾਹੀਦੇ ਕਿ ਨਹੀਂ ਚਾਹੀਦੇ? ਤੁਸੀਂ ਦੇਖ ਰਹੇ ਹੋ ABC ਪੰਜਾਬ, ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ, ਸਭ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਚਰਚਾ ਕਰਾਂਗੇ ਪੰਜਾਬ 'ਚ ਲਗਾਤਾਰ ਤਿੰਨ ਅੱਜ ਬਹੁਤ ਮਹੱਤਵਪੂਰਨ ਮੁੱਦੇ ਉੱਠੇ ਨੇ। ਇੱਕ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਪਹਿਲਾਂ 5 ਰਾਜ ਸਭਾ ਮੈਂਬਰ ਭੇਜੇ ਸੀ, ਪੂਰੇ ਪੰਜਾਬ ਨੇ ਆਮ ਆਦਮੀ ਪਾਰਟੀ ਖਾਸ ਕਰਕੇ ਭਗਵੰਤ ਮਾਨ ਕੋ ਜਵਾਬ ਭੇਜਿਆ ਸੀ, ਲੇਕਿਨ ਸ਼ਾਇਦ ਉਹ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਆ। ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਭੇਜਤਾ, ਇੱਕ ਬਹੁਤ ਹੀ ਗੁਰਮਤ ਦੇ ਨਾਲ ਸੰਗੀਤ ਪ੍ਰੇਮੀ ਸਾਨੀ ਸਾਹਿਬ ਨੂੰ ਵੀ ਭੇਜ ਦਿੱਤਾ ਹੈਗਾ। ਦੂਜੇ ਪਾਸੇ ਸਿਕਿਉਰਿਟੀ ਵਾਪਸ ਵੀ ਲੈ ਲਈ ਹੈ ਤੇ ਕਈਆਂ ਦੀ ਸਿਕਿਉਰਿਟੀ ਬਹਾਲ ਵੀ ਕਰ ਦਿੱਤੀ। ਤੇ ਤੀਜੀ ਮਹੱਤਵਪੂਰਨ ਗੱਲ ਹੈ ਕਿ ਚਾਹੇ ਪੰਜਾਬ 'ਚ ਇਨਫਰਾਸਟ੍ਰਕਚਰ ਐਜੂਕੇਸ਼ਨ ਦੇ ਮਸਲੇ 'ਚ ਕਿਸੇ ਵੀ ਕਿਸਮ ਦਾ ਰਿਹਾ, ਲੇਕਿਨ ਬੱਚਿਆਂ ਦੀ ਤੇ ਟੀਚਰਾਂ ਦੀ ਮਿਹਨਤ ਸਦਕਾ, ਸਰਕਾਰੀ ਅਧਿਕਾਰੀਆਂ ਦੀ ਮਿਹਨਤ ਸਦਕਾ ਜਿਹੜਾ CBSE ਨੇ, ਭਾਰਤ ਸਰਕਾਰ ਨੇ ਇੱਕ ਟੈਸਟ ਲਿਆ, ਉਹਦੇ 'ਚ ਪੰਜਾਬ ਦਾ ਨਾਮ ਪਹਿਲੇ ਨੰਬਰ ਤੇ ਰਿਹਾ। ਪਰ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ, ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਉਲਟਾ ਸਿੱਖਿਆ ਮੰਤਰੀ ਵੀ ਤੇ ਕਹਿ ਰਹੇ ਨੇ ਕਿ ਸਭ ਕੁਝ ਫਰਜ਼ੀ ਹੈ। ਇਹਨਾਂ ਪੱਖਾਂ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਹੀ ਸੀਨੀਅਰ ਪੱਤਰਕਾਰ, ਲੇਖਕ, ਗੀਤਕਾਰ ਮਿੰਟੂ ਗੁਰਸਰੀਆ ਜੀ। ਮਿੰਟੂ ਬਾਈ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸ਼ੁਕਰੀਆ ਜੀ ਭੁੱਲਰ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸ਼ੁਰੂਆਤ ਕਰ ਲਈਏ। ਆਮ ਆਦਮੀ ਪਾਰਟੀ ਨੇ 2 ਰਾਜ ਸਭਾ ਮੈਂਬਰ ਭੇਜ ਦਿੱਤੇ ਨੇ, ਵਿਕਰਮਜੀਤ ਸਿੰਘ ਸਾਨੀ ਜੀ ਤੇ ਬਾਬਾ ਬਲਬੀਰ ਸਿੰਘ ਸੀਚੇਵਾਲ। ਤੇ ਪਹਿਲੇ ਜਿਹੜੇ 5 ਭੇਜੇ ਸੀ ਤੇ ਜਿਹੜੇ ਹੁਣ 2 ਨਾਮਜ਼ਦ ਕਰ ਦਿੱਤੇ ਨੇ, ਕਿਵੇਂ ਦੇਖਦੇ ਜੀ? बस जी कह लो कि अनमोल रतन ने साढ़े 7 अनमोल रतन हो गए ने, 7 पूरे हो गए ने ते 7 ही हफ्ते दे वार हुंदे आ। तो गल जिहड़ी है कि कह सकदे आपां कि 7 पूरे हो गए। इहदे विच एक दिलचस्प फैक्ट जिहड़ा ओह इह आ जी कि देखो कांग्रेस कहंदे कि 70 सालां च पंजाब चों राज सभा दी नुमाइंदगी दे पक्खों साफ हो गई है। बिल्कुल। दूजी चीज देखो गल की है कि साडियां जो भी इस तरह दी हस्तियां हुंदियां ने, चाहे वो हरभजन सिंह होवे, चाहे सानी साहब ने, चाहे आपां देखदे हां कि सीचेवाल जी, इन्हां दा आपो अपना रोल है, आपो अपने खेतरां दे विच। ये कोई सधारण हस्तियां नहीं है। कोई कारोबारी, सफल कारोबारी बनना वो भी भुल्लर साहब इंडिया वर्गे मुल्क दे विच एक प्राप्ति है। सफल क्रिकेटर बनना वो भी एक संघर्ष भरी प्राप्ति है। एक उद्यमी, एक हिम्मती समाज सेवक बनना और वही जी मेरे ख्याल दे नाल तकरीबन ला लो कि कई किलोमीटर, शायद 60 किलोमीटर तो उत्ते होएगी, मैनूं एग्जैक्ट पता नहीं, उहनूं साफ कर देना, ये कोई छोटियां प्राप्तियां नहीं। सानू इन्हां ते फकर है कि जो भी इन्हां दीयां प्राप्तियां ने, सानी साहब ने एक रोल अदा कीता सीगा जदों अफगानिस्तान चों जिहड़े सिख ने कुछ जां
ਹਿੰਦੂ ਵੀਰ ਜਿਹੜੇ ਮਾਈਗ੍ਰੈਂਟ ਹੋ ਕੇ ਆਏ, ਤਾਂ ਉਹਨਾਂ ਨੂੰ ਸਾਂਭ ਸੰਭਾਲ ਦੇ ਵਿੱਚ ਇਹਨਾਂ ਨੇ ਕਾਫੀ ਕੰਟਰੀਬਿਊਸ਼ਨ ਕੀਤਾ ਸੀਗਾ। ਕੋਵਿਡ ਚ ਕੀਤਾ, ਮਿਊਜ਼ਿਕ ਚ ਕੀਤਾ, ਹਰੇਕ ਗਵਰਨਮੈਂਟ ਦੇ ਨਾਲ ਇਹਨਾਂ ਦੀ ਅੱਛੀ ਟਿਊਨਿੰਗ ਰਹਿੰਦੀ ਆ। ਪਰ ਮੇਰਾ ਕੰਸਰਨ ਜਿਹੜਾ ਦੂਸਰਾ ਹੈ, ਇੱਕ ਤੇ ਇਹ ਹੈ ਕਿ 7 ਹੁਣ ਪੂਰੀਆਂ ਹੋ ਗਈਆਂ, ਕਿਉਂਕਿ ਤੁਹਾਨੂੰ ਪਤਾ ਹੈ ਸਿਰਫ ਖਾਣਾ ਪੂਰਤੀ ਆ। 2 ਇਹਨਾਂ ਦੇ ਇਜ਼ਲੀ ਮਤਲਬ ਕਿ ਆਰਾਮ ਦੇ ਨਾਲ ਚਲੇ ਜਾਂਦੇ ਨੇ ਰਾਜ ਸਭਾ ਦੇ ਵਿੱਚ। 80 ਚਾਹੀਦੇ ਇਹਨਾਂ ਦੇ ਕੋਲ, 92 ਚੋਂ ਸਿੰਗਲਾ ਸਾਹਿਬ ਤੇ ਫਿਰ ਤੁਹਾਨੂੰ ਪਤਾ ਹੀ ਉਹ ਤੇ ਚਲੇ ਗਏ ਨੇ ਜੇਲ੍ਹ ਯਾਤਰਾ ਤੇ। ਅੱਛਾ, ਗੱਲ ਇਹ ਆ ਕਿ ਮੈਂ ਜਿਸ ਪੱਖ ਤੋਂ ਸੋਚ ਰਿਹਾ ਕਿ ਸਾਡਾ ਕੋਈ ਇਹਨਾਂ ਦੇ ਨਾਲ ਕੋਈ ਦਵੈਸ਼ ਵੈਰ ਨਹੀਂ ਹੈ, ਕੋਈ ਕਾਰੋਬਾਰੀ ਆ, ਕੋਈ ਪੋਲੀਟੀਸ਼ੀਅਨ ਹੈ, ਕੋਈ ਪਲੇਅਰ ਹੈ ਪੁਰਾਣਾ। ਸਾਨੂੰ ਜੋ ਦੇਖ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਆਪ ਨੂੰ ਸਵਾਲ ਹੁੰਦਾ ਹੈ, ਉਹ ਇਹ ਆ ਕਿ ਅਸੀਂ ਸੱਤਾ ਨੂੰ ਜਦੋਂ ਦੇਖਦੇ ਹਾਂ, ਅੱਜ ਦੀ ਮੌਜੂਦਾ ਜੋ ਕੇਂਦਰ ਸਰਕਾਰ ਜਿਸ ਹਿਕਮਤੇ ਅਮਲੀ ਨਾਲ ਚੱਲਦੀ ਪਈ ਹੈ, ਜਿਸ ਤਰੀਕੇ ਨਾਲ ਕਈ ਵਾਰ ਸਟੇਟਾਂ ਦਾ ਫੈਡਰਲਿਜ਼ਮ ਨੂੰ ਲੈ ਕੇ ਜਾਂ ਹੋਰ ਹੱਕ ਹਕੂਕਾਂ ਨੂੰ ਲੈ ਕੇ ਇੱਕ ਸਿੱਧਾ ਟਕਰਾਓ ਹੁੰਦਾ ਹੈ, ਕਿ ਉਸ ਮੌਕੇ ਦੀ ਨਜ਼ਾਕਤ ਦੇ ਮੁਤਾਬਕ ਰਾਜਨੀਤੀ ਤੋਂ ਹਟ ਕੇ ਕਈ ਵਾਰ ਤੁਹਾਨੂੰ ਪਤਾ ਫਿਰ ਇਹੋ ਜਿਹੇ ਮਾਮਲੇ 'ਚ ਸੀਨਾ ਵੀ ਤਾਨਣਾ ਪੈਂਦਾ ਤੇ ਤਿਆਗ ਵੀ ਦੇਣਾ ਪੈਂਦਾ। ਕਿ ਸਾਨੂੰ ਕੋਈ ਚਿਹਰਾ ਐਸਾ ਦਿਖਦਾ ਹੈ, ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰੂੰ, ਮੇਰੀ ਕਿਸੇ ਨਾਲ ਕੋਈ ਨਿੱਜੀ ਵਿਰੋਧਤਾ ਨਹੀਂ ਹੈ, ਮੁਖਾਲਫਤ ਨਹੀਂ ਹੈ, ਕਿ ਸਾਨੂੰ ਕਿਸੇ ਤੇ ਕੋਈ ਇਸ ਤਰ੍ਹਾਂ ਦਾ ਇੱਕ ਯਕੀਨ ਹੈ, ਇੱਕ ਜਿੱਦਾਂ ਕਹਿ ਲਈਏ ਕਿ ਬੁਲੰਦ ਆਵਾਜ਼ ਸਾਡੇ ਹੱਕ ਦੇ ਵਿੱਚ ਉੱਠੇਗੀ। ਮੇਨ ਕੰਸਰਨ ਇਸ ਚੀਜ਼ ਦਾ ਹੋਣਾ ਚਾਹੀਦਾ। ਔਰ ਇੱਕ ਚੀਜ਼ ਹੋਰ ਦੇਖੋ ਕਿ ਇਹਦੇ ਵਿੱਚ ਔਰਤਾਂ ਦੀ ਨੁਮਾਇੰਦਗੀ, ਕਿਉਂਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਜਰਨਲਿਜ਼ਮ 'ਚੋਂ ਫੀਲਡ ਵੀ ਕਵਰ ਕੀਤਾ, ਸਟੂਡੀਓ ਵੀ ਕੀਤਾ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ 92 ਸੀਟਾਂ ਹਰੇਕ ਵਰਗ ਦੀ ਵੋਟ ਤੋਂ ਬਿਨਾਂ ਸੰਭਵ ਹੈ? ਬਿਲਕੁਲ। ਅੱਜ ਤੁਸੀਂ ਦੇਖੋ ਕਿ ਜਿਹੜੀ ਔਰਤ ਨੇ ਮਰਦਾਂ ਦੇ ਮੁਕਾਬਲੇ ਕੁਝ ਕੁ ਮਤਲਬ ਕਿ ਰਚਕ ਮਾਤਰ ਵੋਟ ਵੱਧ ਹੀ ਪਾਈ ਹੈ ਪਰਸੈਂਟੇਜ ਦੇ ਹਿਸਾਬ ਨਾਲ। ਜੋ ਪੋਲ ਹੋਈ ਵੋਟ ਆਪਣੀ 70-72 ਜਿੰਨੀ ਵੀ ਪੋਲ ਹੋਈ ਹੈ, ਉਹਦੇ ਵਿੱਚ ਉਹਨਾਂ ਦੀ 50 ਤੋਂ ਉੱਤੇ ਹੈ ਥੋੜੀ ਜਿਹੀ, ਤਾਂ ਕਹਿੰਦਾ ਮਤਲਬ ਕਿ ਮਰਦਾਂ ਦੇ ਮੁਕਾਬਲੇ ਵਧੇਰੇ। ਔਰ ਮੈਂ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਜਦੋਂ ਦੇਖਦਾ, ਐਨਾਲਾਈਜ਼ ਕਰਦਾ, ਤਾਂ ਭੁੱਲਰ ਸਾਹਿਬ ਇੱਕ ਮੈਨੂੰ ਜਿਹੜਾ ਫੈਕਟਰ ਲੱਗਦਾ ਹੈ ਕਿ ਬੀਬੀਆਂ ਨੇ ਬਹੁਤ ਵੱਡੇ ਪੱਧਰ ਤੇ ਵੋਟ ਕੀਤੀ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰੀ ਸੋਚ ਦੇ ਮੁਤਾਬਕ ਕਿਉਂ ਮੈਨੂੰ ਲੱਗਦਾ ਕਿ ਨੌਜਵਾਨ ਤੇ ਖਾਸ ਤੌਰ ਤੇ ਬੀਬੀਆਂ ਦੇ ਵਰਗ ਨੇ ਬਹੁਤ ਵੱਡੇ ਪੱਧਰ ਤੇ ਵੋਟ ਇਹਨਾਂ ਨੂੰ ਕਰੀ ਹੈ। ਅੱਛਾ, ਅੱਜ ਉਹਨਾਂ ਦੀ ਨੁਮਾਇੰਦਗੀ ਤੁਹਾਨੂੰ ਸੱਤਾ 'ਚ ਨਜ਼ਰ ਨਹੀਂ ਆਈ। ਫਿਰ ਜੇ ਤੁਸੀਂ ਦੇਖੋਗੇ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਦੀ ਵਸੋਂ ਆਪਾਂ ਅਨੁਪਾਤ ਦੇ ਹਿਸਾਬ ਨਾਲ ਲਾਈਏ, ਤੇ ਉਹ ਸਾਡੇ ਇੱਥੇ ਐਸੀ ਭਾਈਚਾਰੇ ਦੀ ਵਸੋਂ ਵੇਖ ਲਓ ਕਿੰਨੀ ਬਣਦੀ ਹੈ। ਉਹਦੇ ਮੱਦੇਨਜ਼ਰ ਪਾਲਿਸੀਆਂ ਬਣਦੀਆਂ ਨੇ, ਰਾਜਨੀਤਿਕ ਏਜੰਡੇ ਰੱਖੇ ਜਾਂਦੇ, ਪਰ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੀ ਨੁਮਾਇੰਦਗੀ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਈ। ਖਾਸ ਤੌਰ ਤੇ ਮਤਲਬ ਬਾਬਾ ਅੰਬੇਦਕਰ ਸਾਹਿਬ ਦੀ ਅਸੀਂ ਫੋਟੋ ਤੇ ਲਾ ਲਈ, ਉਹਨਾਂ ਦੀ ਨੁਮਾਇੰਦਗੀ ਕਰਨ ਵਾਲਾ ਨਹੀਂ ਦਿੱਤਾ। ਸੱਤਾ ਦੇ ਵਿੱਚੋਂ ਤੁਸੀਂ ਮੰਨਦੇ ਕਿ ਇੱਕ ਔਰਤ ਨੂੰ ਭੇਜਣਾ ਚਾਹੀਦਾ ਸੀ, ਇੱਕ ਕਿਸੇ ਦਲਿਤ ਭਾਈਚਾਰੇ ਚੋਂ ਕਿਸੇ ਸੂਝਵਾਨ ਨੂੰ ਭੇਜਣਾ ਚਾਹੀਦਾ ਸੀ? ਬਿਲਕੁਲ ਜੀ, ਬਿਲਕੁਲ ਬਣਦਾ ਸੀਗਾ। ਔਰ ਭੁੱਲਰ ਸਾਹਿਬ, ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੀ ਸਾਹਿਬ, ਜੇ ਹੁਣ ਤੁਸੀਂ ਇਹਨਾਂ ਦੀ ਗੱਲ ਕਰੋਗੇ, ਸਾਨੀ ਸਾਹਿਬ ਇੱਕ ਕਾਰੋਬਾਰੀ ਹੈ। ਸਾਨੀ ਸਾਹਿਬ ਪੰਜਾਬ ਦੇ ਵਿੱਚ ਕਿੰਨਾ ਕੁ ਵਿਚਰਦੇ ਆ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ। ਪੰਜਾਬ ਦੀਆਂ ਮੁਸ਼ਕਲਾਂ ਹੱਟ ਤੇ ਬਹਿ ਕੇ, ਭੱਠ ਤੇ ਬਹਿ ਕੇ, ਵੱਟ ਤੇ ਬਹਿ ਕੇ ਵੇਖੀਆਂ ਜਾਂਦੀਆਂ ਨੇ। ਇਹਨਾਂ ਨੂੰ ਤੁਸੀਂ ਏਸੀ ਰੂਮਾਂ 'ਚ ਨਹੀਂ ਜੇ ਦੇਖ ਸਕਦੇ। ਪੰਜਾਬ ਦਾ ਸੱਭਿਆਚਾਰਕ ਖਾਸਾ ਹੈ। ਪੰਜਾਬ ਦੀ ਮੈਂ ਐਜੂਕੇਸ਼ਨਲ ਪਾਲਿਸੀ ਬਾਰੇ ਵੀ ਅਕਸਰ ਇਹੀ ਕਹਿਣਾ ਹੁੰਦਾ ਕਿ ਤੁਸੀਂ ਫਲਾਣਾ ਮਾਡਲ ਇਹ ਰੱਟ ਨਾ ਲਗਾਓ। ਪੰਜਾਬ ਇੱਕ ਸੱਭਿਅਤਾ ਹੈ। ਸਾਨੂੰ ਇਸ ਸੱਭਿਅਤਾ ਦੇ ਖਾਸੇ ਦੇ ਮੱਦੇਨਜ਼ਰ ਐਜੂਕੇਸ਼ਨਲ ਢਾਂਚੇ ਦੇ ਵਿੱਚ ਜੋ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ, ਦਰਕਾਰ ਜ਼ਰੂਰ ਰਹਿੰਦੀ ਹੈ, ਕਿਉਂਕਿ ਕੁਝ ਚੀਜ਼ਾਂ ਤੁਹਾਨੂੰ ਸਮੇਂ ਦੇ ਮੁਤਾਬਕ ਬਦਲਣੀਆਂ ਪੈਂਦੀਆਂ, ਰਿਫਾਰਮਸ ਲਿਆਉਣੇ ਪੈਂਦੇ। ਪਰ ਉਸ ਚੀਜ਼ ਤੇ ਜੇ ਤੁਸੀਂ ਪਾਸੇ ਜਾਓਗੇ ਤਾਂ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਖਤਰਨਾਕ ਦੀ ਗੱਲ ਹੋ ਜਾਂਦੀ ਹੈ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਆਪਾਂ ਦੇਖੀਏ ਤਾਂ ਇਹ ਸਾਰੇ ਪਾਸਿਓਂ ਹੀ ਸਵਾਲ ਹੋਣਗੇ ਕਿ ਸਾਡੀ ਜੇ ਆਪਾਂ ਗੱਲ ਕਰਦੇ ਹਾਂ ਇੱਕ ਜਿੱਦਾਂ ਖਾਸਾ ਹੈ, ਸਾਡਾ ਸੱਭਿਆਚਾਰਕ ਖਾਸਾ ਹੈ, ਕਿ ਉਹਨੂੰ ਨੁਮਾਇੰਦਗੀ ਦੇਣ ਵਾਲੇ ਬੰਦੇ ਚਾਹੀਦੇ ਨੇ, ਸਾਡੇ ਇਤਿਹਾਸ ਤੋਂ ਵਾਕਫ ਹੋਣ, ਸਾਡੀਆਂ ਸਮੱਸਿਆਵਾਂ ਤੋਂ ਵਾਕਫ ਹੋਣ। ਸਭ ਤੋਂ ਵੱਡੀ ਗੱਲ ਹੈ ਕਿ ਜੋ ਪੰਜਾਬ ਦੇ ਨਾਲ ਹੋਇਆ ਭੁੱਲਰ ਸਾਹਿਬ, ਜੋ ਖਾਸ ਤੌਰ ਤੇ 47 ਤੋਂ ਬਾਅਦ ਦੀ ਆਪਾਂ ਗੱਲ ਕਰੀਏ, ਆਜ਼ਾਦੀ ਤੋਂ ਬਾਅਦ ਜੋ ਹੋਇਆ, ਉਹ ਇੱਕ ਗੱਲ ਉਸ ਬੰਦੇ ਦੇ ਜ਼ਿਹਨ ਦੇ ਵਿੱਚ ਹੋਵੇ, ਪੂਰੀਆਂ ਘਟਨਾਵਾਂ, ਪੂਰਾ ਇਤਿਹਾਸ
ਉਸ ਬੰਦੇ ਨੇ ਪੜਚੋਲਿਆ ਹੋਵੇ, ਪਲੱਸ ਉਹਦੇ ਕੋਲ ਬੋਲਣ ਦੀ ਹਿੰਮਤ ਹੋਵੇ। ਜਿੱਦਾਂ ਅੱਗੇ ਬੋਲਦੇ ਰਹੇ ਨੇ 60 ਦੇ ਦਹਾਕੇ ਚ, 70 ਦੇ ਦਹਾਕੇ ਚ ਮੈਂਬਰ ਪਾਰਲੀਮੈਂਟ ਬੋਲਦੇ ਵੀ ਰਹੇ ਨੇ। ਸੋ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਇਸ ਤਰ੍ਹਾਂ ਦੀ ਬੁਲੰਦ ਆਵਾਜ਼ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਚ ਹੋਵੇ, ਕੋਈ ਚੱਕਰ ਨਹੀਂ ਹੈ, ਕੋਈ ਵੀ ਹੋਵੇ, ਹਿੰਦੂ ਹੋਵੇ, ਡਜ਼ਨਟ ਮੈਟਰ, ਸਿੱਖ ਹੋਵੇ, ਮੁਸਲਮਾਨ ਹੋਵੇ। ਇੱਕ ਤੇ ਹੈ ਕਿ ਜਦੋਂ ਤੁਸੀਂ ਹੁਣ ਵਰਗੀਕਰਨ ਕਰਦੇ ਹੋ ਸਮਾਜ ਦੇ ਵਿੱਚ, ਤੁਸੀਂ ਇਸ ਤਰ੍ਹਾਂ ਰਿਜ਼ਰਵੇਸ਼ਨ ਕਰਦੇ ਹੋ ਸੀਟਾਂ ਦੇ ਵਿੱਚ, ਤਾਂ ਉਸ ਅਨੁਪਾਤ ਦੇ ਵਿੱਚ ਇੱਕ ਤੇ ਨੁਮਾਇੰਦਗੀ ਜ਼ਰੂਰ ਦਿਓ। ਮੈਂ ਤੇ ਹਾਲਾਂਕਿ ਜਾਤੀਵਾਦੀ ਨਹੀਂ ਆ, ਪਰ ਜਦੋਂ ਤੁਸੀਂ ਸਿਸਟਮੈਟਿਕਲੀ ਇਹ ਚੀਜ਼ਾਂ ਨੂੰ ਰੱਖਿਆ ਹੋਇਆ, ਤਾਂ ਫਿਰ ਤੁਸੀਂ ਨੁਮਾਇੰਦਗੀ ਦੇਣ ਵੇਲੇ ਭੱਜੋ, ਇਹ ਗੱਲ ਗਲਤ ਜੀ ਨਜ਼ਰ ਆਉਂਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਦੇਖਿਆ ਅਹਿਮ ਮੌਕੇ ਤੇ ਜਦੋਂ BBMB ਦਾ ਰੌਲਾ ਪਿਆ, ਪੰਜਾਬ ਯੂਨੀਵਰਸਿਟੀ ਦਾ ਦੇਖੋ ਹੁਣ ਮਸਲਾ ਜਿਹੜਾ ਚੱਲ ਪਿਆ ਨਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਕੀ ਇਸ ਤਰ੍ਹਾਂ ਦੇ ਮਸਲਿਆਂ ਤੇ ਜੋ ਸਾਡੇ ਜਜ਼ਬਾਤੀ ਮਸਲੇ ਨੇ, ਜੋ ਹੱਕ ਹਕੂਕਾਂ ਦੇ ਮਸਲੇ ਨੇ, ਕਿ ਰਾਜ ਸਭਾ ਦੇ ਵਿੱਚ ਕੋਈ ਬੁਲੰਦ ਆਵਾਜ਼ ਜਿਹੜੀ ਆ ਉਹ ਇਹਨਾਂ ਦੀ ਗੱਲ ਕਰ ਸਕੇਗੀ? ਮਸਲਾ ਇਹ ਆ, ਮਸਲਾ ਇਹ ਨਹੀਂ ਹੈ ਕਿ ਕੌਮ ਜਾ ਰਿਹਾ ਕੌਮ ਨਹੀਂ ਜਾ ਰਿਹਾ, ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਚੁਣ ਕੇ ਇੱਕ ਫਤਵਾ ਦੇ ਦਿੱਤਾ ਕਿ ਬਾਈ ਤੁਸੀਂ ਕਰਨਾ ਸਾਰਾ ਕੁਝ, ਪੰਜਾਬੀਆਂ ਨੇ ਇਹਨਾਂ ਨੂੰ ਫਤਵਾ ਦੇ ਦਿੱਤਾ, ਉਹ ਸਿਰ ਮੱਥੇ ਆ ਕਿ ਬਾਈ ਜਿਹਨੂੰ ਮਰਜ਼ੀ ਭੇਜਣ। ਪਰ ਤੁਸੀਂ ਉੱਥੋਂ ਦੇ ਨੁਮਾਇੰਦਿਆਂ ਦੇ ਤੌਰ ਤੇ ਜੇ ਦੇਖੋ, ਤਾਂ ਜਿਨ੍ਹਾਂ ਨੇ ਤੁਹਾਨੂੰ ਨੁਮਾਇੰਦਗੀ ਦੀ ਤਾਕਤ ਬਖਸ਼ੀ ਹੈ, ਤਾਕਤ ਬਖਸ਼ੀ, ਕੁਝ ਉਹਨਾਂ ਦੀ ਭਾਵਨਾ, ਕੁਝ ਉਹਨਾਂ ਦੀ ਵਿਰਾਸਤ, ਕੁਝ ਉਹਨਾਂ ਦਾ ਇਤਿਹਾਸ, ਉਹਨਾਂ ਚੀਜ਼ਾਂ ਨੂੰ ਤੇ ਜ਼ਰੂਰ ਥੋੜਾ ਦ੍ਰਿਸ਼ਟੀਗੋਚਰ ਰੱਖੋ ਨਾ। ਮਤਲਬ ਜੇ ਪਹਿਲੀ ਵਾਰ 70 ਸਾਲ ਦੇ ਇਤਿਹਾਸ ਦੇ ਵਿੱਚ ਕਾਂਗਰਸ ਰਾਜ ਸਭਾ ਚੋਂ ਮਨਫੀ ਹੋ ਗਈ ਆ, ਤੇ ਜਿਹੜੇ ਅਸੀਂ 7 ਭੇਜਤੇ ਨੇ ਆਮ ਆਦਮੀ ਪਾਰਟੀ ਨੇ, ਉਹ ਵੀ ਮਨਫੀ ਵਾਲਾ ਹਿਸਾਬ ਹੀ ਹੈ ਕਿ ਸ਼ਾਇਦ ਪੰਜਾਬ ਦੇ ਮੁੱਦੇ ਉੱਥੇ ਨਾ ਉਠਾਏ ਜਾਣ। ਇਹ ਤੁਹਾਡਾ ਕਾਫੀ ਕਰੜਾ ਸ਼ਬਦ ਹੈ, ਇਹ ਵੀ ਹਿਸਾਬ ਕਿਤਾਬ ਕੁਝ ਐਸਾ ਹੀ ਲੱਗ ਰਿਹਾ। ਬਟ ਆਪਾਂ ਤੇ ਦੇਖੋ ਭੁੱਲਰ ਸਾਹਿਬ, ਜੇ ਆਪਾਂ ਪੱਤਰਕਾਰਤਾ ਦੇ ਸਿਧਾਂਤ ਨੂੰ ਦੇਖੀਏ ਤੇ ਆਪਾਂ ਤਾਂ ਕੋਈ ਜੱਜਮੈਂਟਲ ਹੋ ਵੀ ਨਹੀਂ ਸਕਦੇ। ਆਪਾਂ ਤਾਂ ਤਵੱਕੋ ਇਹ ਕਰਾਂਗੇ ਕਿ ਸ਼ਾਇਦ ਅਸੀਂ ਅੱਜ ਜੋ ਸਵਾਲ ਚੁੱਕ ਰਹੇ, ਕਿਉਂਕਿ ਸਾਡਾ ਕੰਮ ਸਵਾਲ ਹੈ ਜਾਂ ਸੁਝਾਅ, ਅਸੀਂ ਜੱਜਮੈਂਟਲ ਨਹੀਂ ਹੋ ਰਹੇ। ਬਟ ਇੱਕ ਜਿੱਦਾਂ ਕਹਿ ਲਈਏ ਕਿ ਪਿਛਲਾ ਤਜਰਬਾ ਕੁਝ ਕੁ ਮਹੀਨੇ ਦਾ ਜਾਂ ਕੁਝ ਕੁ ਹਫ਼ਤਿਆਂ ਦਾ ਰਿਹਾ, ਜਾਂ ਕੁਝ ਇੱਕ ਜਿੱਦਾਂ ਦੇ ਹਾਲਾਤ ਬਣ ਰਹੇ ਨੇ ਸਿਆਸਤ ਦੇ, ਜੇ ਸਾਰੇ ਇਸ ਸਮੀਕਰਨ ਦਾ ਜਿਹੜਾ ਚੱਲਦਾ ਪਿਆ, ਜਿਸ ਤਰ੍ਹਾਂ ਦਾ ਜੋੜ ਤੋੜ ਬਣਦਾ ਪਿਆ, ਤਾਂ ਇਹਦੇ ਮੱਦੇਨਜ਼ਰ ਜੇ ਅਸੀਂ ਗੱਲ ਕਰੀਏ ਕਿ ਵੀ ਹੋ ਸਕਦਾ ਕਿ ਸਾਨੂੰ ਕੋਈ ਗਲਤ ਸਾਬਤ ਕਰੇ, ਤੇ ਜੇ ਕੋਈ ਗਲਤ ਸਾਬਤ ਕਰੇ ਤੇ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਦੋਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਵਾਕਿਆ ਯਾਰ ਅਸੀਂ ਗਲਤ ਸਾਬਤ ਹੋਏ ਆ, ਸਾਡੇ ਸਵਾਲ ਗਲਤ ਸਾਬਤ ਹੋਏ ਆ, ਆਹ ਬੰਦੇ ਨੇ ਬਹੁਤ ਵੱਡਾ ਸਟਾਂਸ ਲਿਆ, ਇਸ ਬੰਦੇ ਨੇ ਪੰਜਾਬ ਦੀ ਗੱਲ ਕੀਤੀ ਆ, ਕਿਉਂਕਿ ਅਸੀਂ ਨੁਮਾਇੰਦਗੀ ਕਰਨ ਵਾਸਤੇ ਨੁਮਾਇੰਦੇ ਜਿਹੜੇ ਉਹ ਪੰਜਾਬ ਚੋਂ ਭੇਜ ਰਹੇ ਆ। ਪੰਜਾਬ ਦੀ ਗੱਲ ਜੇ ਉਹ ਕਰਨਗੇ ਤਾਂ ਉਹਦਾ ਸਵਾਗਤ ਵੀ ਹੈ, ਮੇਰੇ ਖਿਆਲ ਦੇ ਨਾਲ ਸਾਨੂੰ ਸਵਾਗਤ ਵੀ ਕਰਨਾ ਚਾਹੀਦਾ। ਅਦਰਵਾਈਜ਼ ਜਿਹੜਾ ਤੁਹਾਡਾ ਸ਼ਬਦ ਆ, ਫਿਰ ਇਹ ਬੜਾ ਸਾਰਥਕ ਵੀ ਹੋ ਜਾਏਗਾ ਤੇ ਸਟੀਕ ਵੀ ਹੋ ਜਾਏਗਾ। ਨਹੀਂ, ਮੈਨੂੰ ਇਸ ਕਰਕੇ ਖੁਸ਼ਵੰਤ ਸਿੰਘ ਦੀ ਯਾਦ ਆ ਗਈ। ਉਹ ਕਹਿੰਦੇ ਕਿ ਅਕਾਲੀ ਜਿਹੜੇ ਰਾਜ ਸਭਾ ਚ ਮੈਂਬਰ ਭੇਜਦੇ, ਮੈਂ ਉਹਨਾਂ ਦੀ ਪਰਫਾਰਮੈਂਸ ਇੱਕ ਰਸੀਦੀ ਟਿਕਟ ਤੇ ਲਿਖ ਸਕਦਾ ਜੀ। ਬਿਲਕੁਲ, ਫਿਰ ਵਾਕਿਆ ਤੁਸੀਂ ਵੀ ਉਹਨਾਂ ਤੋਂ ਇਨਸਪਾਇਰਡ ਹੋ ਕੇ ਸ਼ਬਦ ਇਸਤੇਮਾਲ ਕਰ ਲਿਆ। ਤੁਸੀਂ ਕਹੇ ਕਿ ਸਵਾਗਤ ਕਰਾਂਗੇ, ਪਰ ਜਿੱਥੇ ਪੰਜਾਬ ਸਰਕਾਰ ਨੂੰ ਸਵਾਗਤ ਕਰਨਾ ਚਾਹੀਦਾ, ਠੀਕ ਹੈ, ਕਿਸੇ ਵੀ ਸੂਬੇ ਦਾ ਸਰਕਾਰੀ ਸਿੱਖਿਆ ਤੰਤਰ ਏਡਾ ਵਧੀਆ ਨਹੀਂ ਜੀ, ਫਿਰ ਵੀ ਜਿੱਦਾਂ ਦਾ ਸਿੱਖਿਆ ਤੰਤਰ ਹੈ ਉਸਦੇ ਬਾਵਜੂਦ ਬੱਚਿਆਂ ਨੇ ਮਿਹਨਤ ਕੀਤੀ, ਅਧਿਕਾਰੀਆਂ ਨੇ ਮਿਹਨਤ ਕਰਵਾਈ, ਟੀਚਰਾਂ ਨੇ ਵੀ ਕਰਵਾਈ, ਪੰਜਾਬ ਦਾ ਨਾਮ ਆਇਆ ਕਿ ਜਿਹੜਾ 3 ਕਲਾਸ 5ਵੀਂ ਕਲਾਸ 10ਵੀਂ ਕਲਾਸ। ਦਿੱਲੀ ਮਾਡਲ ਲੱਗਦਾ ਕਿ ਫੇਲ ਹੋ ਗਿਆ, ਜਿਸ ਤਰ੍ਹਾਂ ਦੇ CBSE ਨੇ ਸੈਂਟਰ ਸਰਕਾਰ ਨੇ ਟੈਸਟ ਲਿਆ, ਤਾਂ ਲੱਗਦਾ ਕਿ ਮੁੱਖ ਮੰਤਰੀ ਪੰਜਾਬ ਜਾਂ ਪੰਜਾਬ ਦੇ ਸਿੱਖਿਆ ਮੰਤਰੀ ਨੁਕਸ ਕੱਢ ਕੇ ਬੱਚਿਆਂ ਨੂੰ, ਘੱਟੋ ਘੱਟ ਬੱਚਿਆਂ ਨੂੰ ਵਧਾਈ ਦੇ ਦਿੰਦੇ, ਪਿਛਲੀ ਸਰਕਾਰ ਦੀ ਪਰਫਾਰਮੈਂਸ ਨੂੰ ਕੀ ਦੇਣੀ। ਨਹੀਂ, ਕਿਉਂ ਨਹੀਂ ਭੁੱਲਰ ਸਾਹਿਬ, ਮੈਂ ਤੇ ਮੰਨਦਾ ਵਾਂ ਕਿ ਅਸੀਂ ਇਹ ਕਲੇਮ ਤੇ ਬਲੇਮ ਵਾਲੀ ਗੇਮ ਚੋਂ ਬਾਹਰ ਕਿਉਂ ਨਹੀਂ ਆਵਾਂਗੇ। ਬਈ ਰਾਜਨੀਤੀ ਦੀ ਜੇ ਪਰਿਭਾਸ਼ਾ ਬਦਲਣੀ ਹੈ, ਰਾਜਨੀਤੀ ਦਾ ਜੇ ਚਿਹਰਾ ਮੋਹਰਾ ਬਦਲਣਾ ਹੈ, ਤਾਂ ਫਿਰ ਸਾਨੂੰ ਕ੍ਰੈਡਿਟ ਦੇਣਾ ਵੀ ਜਿਹੜਾ ਹੈ ਨਾ ਉਹ ਆਉਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪ੍ਰੋਫੈਸ਼ਨ 'ਚ ਜਾਂਦੇ ਹਾਂ, ਮੈਂ ਹਮੇਸ਼ਾ ਨੋਟ ਕਰਦਾ ਕਿ ਸਾਡੀ ਵੀ ਇੱਕ ਨਾ ਤੰਗਦਿਲੀ ਜੀ ਆ, ਅਸੀਂ ਕਦੇ ਵੀ ਜੂਨੀਅਰ ਬੰਦੇ ਨੂੰ ਮਤਲਬ ਕਿ ਅੱਲਾਸ਼ੇਰੀ ਨਹੀਂ ਦਿੰਦੇ, ਉਹਦੇ ਕੰਮ ਨੂੰ ਸਲਾਹੁੰਦੇ ਬਹੁਤ ਘੱਟ ਆ। ਯਾਰ ਇਹ ਫਰਾਕਦਿਲੀ ਰੱਖਣੀ ਚਾਹੀਦੀ ਆ, ਇਹ ਆਪਦੀ ਮਾਨਸਿਕਤਾ 'ਚ ਫਰਾਕਦਿਲੀ ਰੱਖੋ। ਕੋਈ ਤੁਹਾਡੇ ਤੋਂ ਛੋਟਾ, ਕੋਈ ਤੁਹਾਡੇ ਤੋਂ ਘੱਟ ਪੜ੍ਹਿਆ ਲਿਖਿਆ ਵਧੀਆ ਕੰਮ ਕਰਦਾ ਹੈ, ਤਾਂ ਉਹਨੂੰ ਦਿਲ ਭਰ ਕੇ ਸਲਾਹੁਤ ਦੇਵੋ। ਇਹ ਤਾਂ ਨਿੱਜੀ ਜ਼ਿੰਦਗੀ 'ਚ ਵੀ ਅਪਣਾਉਣਾ ਚਾਹੀਦਾ, ਔਰ ਸਿਆਸਤ ਦੇ ਵਿੱਚ ਵੀ ਇਹ ਹੋਣਾ ਚਾਹੀਦਾ।
ਕਿ ਭਾਈ ਜੇ ਕੋਈ ਅੱਛਾ ਕਰ ਰਿਹਾ ਤਾਂ ਉਹਨੂੰ ਅੱਛਾ ਕਹੋ। ਅੱਛਾ, ਗੱਲ ਇਹ ਆ ਭੁੱਲਰ ਸਾਹਿਬ ਕਿ ਦੇਖੋ ਜਿਹੜਾ ਇਹ ਨੈਸ਼ਨਲ ਅਚੀਵਮੈਂਟ ਸਰਵੇ ਹੈ, ਬੇਸਿਕਲੀ ਇਹ 3 ਸਾਲ ਦੇ ਵਕਫੇ ਤੋਂ ਹੁੰਦਾ ਹੈ। ਜਦੋਂ 2017 ਚ ਹੋਇਆ ਸੀਗਾ, ਉਦੋਂ ਪੰਜਾਬ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੀ ਨਹੀਂ ਲੱਗਿਆ ਕਿ ਸਿਸਟਮ ਹੈ ਕੀ। ਜੀ। ਅੱਛਾ, ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇੱਥੇ ਆਈਐਸ ਕ੍ਰਿਸ਼ਨ ਕੁਮਾਰ ਦੇ ਹੱਥ ਸੀ ਡੋਰ। ਉਹ ਬੰਦਾ ਬਹੁਤ ਚਲਾਕ ਹੈ, ਜੀ ਇਹ ਮੰਨਣਾ ਪਏਗਾ, ਇੰਟੈਲੀਜੈਂਟ ਹੈ ਅਫਸਰ। ਉਹ ਬੰਦੇ ਨੇ ਫਿਰ ਉੱਥੇ ਹੀ ਚੋਟ ਕੀਤੀ ਜਿੱਥੇ ਸਰਵੇ ਜਾਂਦਾ ਸੀ ਕਿ ਇਹਨਾਂ ਸਕੂਲਾਂ 'ਚ ਜਾ ਸਕਦਾ ਹੈ। ਦੇਖੋ ਇੱਕ ਚੀਜ਼ ਮੈਂ ਕਹਿੰਦਾ ਕਿ ਪਤਾ ਨਹੀਂ ਕਿਉਂ ਅਸੀਂ ਮਤਲਬ ਇਸ ਤਰ੍ਹਾਂ ਉਲਝ ਜਾਂਦੇ ਆ ਇਹਨਾਂ ਦੀ ਗੇਮ ਦੇ ਵਿੱਚ, ਰਾਜਨੀਤਿਕ ਬੰਦਿਆਂ 'ਚ। ਉਹ ਜੇ ਵੱਖ-ਵੱਖ ਬਿੰਦੂ ਤੁਸੀਂ ਦੇਖੋਗੇ, ਚਲੋ ਛੱਡ ਦਿਓ, ਆਪਾਂ ਇਹ ਕਹਿ ਦਿੰਦੇ ਆ ਕਿ ਰਿਟਰਨ 'ਚ ਫਰਾਡ ਹੋ ਗਿਆ ਨਾ, ਜਾਂ ਟੈਕਸ ਜਿਹੜਾ ਕੋਈ ਉਹਨਾਂ ਨੇ ਲਿਆ ਹੋਇਆ ਉਹਦੇ 'ਚ ਫਰਾਡ ਹੋ ਗਿਆ, ਚਲੋ ਮੰਨ ਲਿਆ। ਹੋਰ ਜਿਹੜੇ ਉਹਦੇ 'ਚ 14 ਜਿਹੜੇ ਹੋਰ ਬਿੰਦੂ ਨੇ, 14 ਪੈਰਾਮੀਟਰ ਨੇ, ਕਿ ਉਹਨਾਂ 'ਚ ਵੀ ਫਰਾਡ ਆ? ਮਤਲਬ ਕਿ ਜਿਹੜੇ ਜਿੱਦਾਂ ਲਾ ਲਓ ਕਿ 4 ਦੀਵਾਰੀ ਵੇਖਣੀ ਹੁੰਦੀ ਹੈ ਸਕੂਲਾਂ ਦੀ, ਲਿੰਗ ਭੇਦ ਵੇਖਣਾ ਹੁੰਦਾ, ਤੁਸੀਂ ਸਮਝਦੇ ਹੋ ਨਾ, ਜੈਂਡਰ ਜੋ ਮਤਲਬ ਕਿ ਵਿਤਕਰਾ ਕਿਤੇ ਉਹ ਤੇ ਨਹੀਂ ਹੈਗਾ ਮੁੰਡੇ ਕੁੜੀਆਂ ਦਾ, ਉਹ ਵੇਖਣਾ ਹੁੰਦਾ ਹੈ। ਪਲੱਸ ਪਾਣੀ ਦੀ ਸਹੂਲੀਅਤ ਕਿਸ ਤਰ੍ਹਾਂ ਦੀ ਹੈ, ਟਾਇਲਟ ਦੀ ਸਹੂਲੀਅਤ ਕਿਸ ਤਰ੍ਹਾਂ ਦੀ ਹੈ, ਉਹ ਸਾਰੇ ਪੈਰਾਮੀਟਰਸ ਨੇ। ਇਹਦਾ ਮਤਲਬ ਕਿ ਸਾਰਾ ਕੁਝ ਹੀ ਪੰਜਾਬ ਨੂੰ ਇੰਨਾ ਨਿਸ਼ਕਾਉਣ ਵਾਸਤੇ ਉਹਨਾਂ ਨੇ ਸਾਰਾ ਕੁਝ ਹੀ ਕਰ ਦਿੱਤਾ। ਕਮਾਲ ਦੀ ਗੱਲ ਹੈ ਕਿ ਚਲੋ ਇੱਕ ਪੈਰਾਮੀਟਰ ਮੰਨ ਲਓ ਕੋਈ ਕਿਸੇ ਤਰ੍ਹਾਂ ਦਾ ਹੇਰ ਫੇਰ ਦਾ ਸ਼ਿਕਾਰ ਹੋ ਸਕਦਾ ਹੈ, ਬਟ 14 ਜਿਹੜੇ ਹੋਰ ਪੈਰਾਮੀਟਰ ਆ ਯਾਰ, ਓਵਰਆਲ ਸਕੋਰ ਹੈ ਨਾ ਅਕਸਰ। ਇਹਦਾ ਮਤਲਬ ਇਹ ਕਿ ਚਾਹੇ ਕ੍ਰਿਸ਼ਨ ਕੁਮਾਰ ਨੇ ਇੱਕ ਟੀਚਾ ਰੱਖ ਕੇ ਦਿੱਤਾ ਹੋਵੇ ਟੀਚਰਾਂ ਨੂੰ ਕਿ ਐਸਾ ਕਰਨਾ ਹੈ ਨਤੀਜੇ ਵਾਸਤੇ, ਪਰ ਉਹ ਜਿਹੜੇ ਪੈਰਾਮੀਟਰ ਨੇ ਜਾਂ ਜਿਹੜੇ ਉਹ ਪੈਮਾਨੇ ਨੇ, ਉਹਦੇ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਖਰੀਆਂ ਤੇ ਉਤਰੀਆਂ ਨੇ ਨਾ। ਹੁਣ ਗੱਲ ਇੱਕ ਦੂਸਰੀ ਵੀ ਹੈ ਕਿ ਦੇਖੋ, ਤੁਸੀਂ ਜੇ ਕੰਪੇਅਰ ਕਰੋਗੇ ਤਾਂ ਕੁਝ ਹੋਰ ਰਾਜਾਂ ਦੇ ਮੁਕਾਬਲੇ ਵੀ ਦਿੱਲੀ ਰਾਜ ਜਿਹਨੂੰ ਆਪਾਂ ਮਾਡਲ ਜਿਹਦੀ ਚਰਚਾ ਹੋ ਰਹੀ ਹੈ, ਬੇਸਿਕਲੀ ਚਰਚਾ ਤੇ ਇਹੀ ਹੋਈ ਹੈ ਨਾ, ਜੇ ਮੰਨ ਲਓ ਦਿੱਲੀ ਪਹਿਲੇ ਨੰਬਰ ਤੇ ਹੁੰਦਾ ਤੇ ਪੰਜਾਬ ਦੂਜੇ ਨੰਬਰ ਤੇ ਹੁੰਦਾ, ਫਿਰ ਫਰਾਡ ਕਹਿ ਦੇਣਾ ਸੀਗਾ ਕਿਸੇ ਨੇ। ਨਹੀਂ, ਫਿਰ ਪੂਰੇ ਹਿੰਦੁਸਤਾਨ ਦੀਆਂ ਅਖਬਾਰਾਂ 'ਚ ਇਸ਼ਤਿਹਾਰ ਜਾਰੀ ਹੋਏ ਨੇ ਸੀ। ਹਾਂਜੀ, ਫਿਰ ਸਾਡੇ ਟੀਚਰਾਂ ਨੇ ਵੀ ਜ਼ਿਆਦਾਤਰ ਕਹਿਣਾ ਸੀ ਖੁੱਲ ਕੇ, ਕਿਉਂਕਿ ਟੀਚਰਾਂ ਨੇ ਵੀ ਬਦਲਾਅ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ, ਮੁਲਾਜ਼ਮਾਂ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਆ। ਸੋ ਕਹਿਣ ਦਾ ਭਾਵ ਇਹ ਆ ਕਿ ਜੇ ਤੁਸੀਂ ਉਹ ਦੇਖੋਗੇ ਤਾਂ ਉਹ ਸਰਵੇ ਨੂੰ ਚੰਗੀ ਤਰ੍ਹਾਂ ਖੰਗਾਲੋਗੇ ਤਾਂ ਹੋਰ ਰਾਜ ਵੀ ਅੱਗੇ ਨੇ ਕਿ ਉਹਨਾਂ ਨੂੰ ਵੀ ਫਰਾਡ ਕਰਕੇ, ਮਤਲਬ ਕਿ ਇਕੱਲੇ ਦਿੱਲੀ ਕਰਕੇ ਫਰਾਡ ਕਰੀ ਗਏ ਉਹ। ਤੇ ਇਹਦਾ ਮਤਲਬ ਕਿ ਭਾਜਪਾ ਵਾਲੇ ਵੀ ਜਿਹੜੇ ਸਟੇਟ ਸੀ ਉਹਨਾਂ ਨੇ ਪਿੱਛੇ ਧੱਕ ਦਿੱਤੇ ਫਰਾਡ ਕਰਕੇ। ਇਹ ਬੜੇ ਬੇਸਿਕ ਜੇ ਤਰਕ ਨੇ, ਪਰ ਕਹਿ ਲਓ ਕਿ ਅਜੀਬੋ-ਗਰੀਬ ਜੀ ਪਰਿਸਥਿਤੀ ਹੈ ਸਾਡੀ ਕਿ ਪਹਿਲੀ ਗੱਲ ਤੇ ਅਸੀਂ ਤਰਸਦੇ ਰਹਿੰਦੇ ਹਾਂ ਕਿ ਅਵਲ ਆਉਂਦੇ ਹੀ ਨਹੀਂ, ਅਸੀਂ ਕੈਂਸਰ 'ਚ ਅਵਲ ਆ ਜਾਂਦੇ ਹਾਂ, ਕਦੇ ਅਸੀਂ ਡਰੱਗ 'ਚ ਅਵਲ ਆ ਜਾਂਦੇ ਹਾਂ, ਤੇ ਜੇ ਕਿਤੇ ਆਉਂਦੇ ਆ ਤੇ ਅਸੀਂ ਮੰਨਦੇ ਹੀ ਨਹੀਂ ਕਿ ਅਸੀਂ ਅਵਲ ਵੀ ਆ ਸਕਦੇ ਹਾਂ। ਯਾਰ ਕੌਨਫੀਡੈਂਸ ਹੀ ਲੂਜ਼ ਕਰ ਗਏ ਅਸੀਂ ਤੇ ਬਿਲਕੁਲ ਆਪਦਾ। ਮੰਤਰੀ ਕਹਿ ਰਹੇ ਕਿ ਫਰਾਡ ਨੇ, ਤੇ ਬੀਜੇਪੀ ਸਰਕਾਰ ਨੇ ਜੇ ਫਰਾਡ ਕਰਨਾ ਹੁੰਦਾ ਫਿਰ ਹਰਿਆਣਾ ਸੀ ਗਵਾਂਢੀ, ਹਿਮਾਚਲ ਸੀ, ਗੁਜਰਾਤ ਸੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉਹ ਵੀ ਸੂਬੇ ਫਸਟ ਆ ਸਕਦੇ। ਚਲੋ ਉਹ ਵੀ ਛੱਡੋ, ਕੇਰਲਾ ਤੇ ਆ ਹੀ ਸਕਦਾ ਸੀ ਜਿੱਥੇ 100% ਲਿਟਰੇਸੀ ਰੇਟ ਆ ਜੀ। ਨਹੀਂ, ਬਿਲਕੁਲ ਬਿਲਕੁਲ ਤੁਹਾਡੀ ਗੱਲ ਭੁੱਲਰ ਸਾਹਿਬ ਵਾਜਬ ਹੈ। ਪਰ ਇਹਦੇ ਚ ਦੇਖੋ ਨਾ ਹੁੰਦਾ ਕੀ ਹੈ ਕਿ ਐਚਆਰਡੀ ਮਿਨਿਸਟਰੀ ਇਨਵੋਲਵ ਹੁੰਦੀ ਹੈ, ਸੈਕੰਡ ਇਹਦੇ ਚ ਲਾ ਲਓ ਕਿ ਕੇਂਦਰ ਸਰਕਾਰ ਆ ਗਈ, ਤੇ ਥਰਡ ਹੋ ਗਈ ਸਟੇਟ ਸਰਕਾਰ। ਤਿੰਨਾਂ ਦਾ ਇੱਕ ਤਾਲਮੇਲ ਹੈ ਤਾਂ ਇਹ ਸਰਵੇ ਹੁੰਦਾ। ਇਹ ਤਾਂ ਹੁਣ ਬਿਲਕੁਲ ਜਿੱਦਾਂ ਕਹਿ ਲਈਏ ਕਿ ਜਦੋਂ ਮੈਂ ਨਾ ਮੰਨਣ ਵਾਲੀ ਗੱਲ ਆ ਜਾਂਦੀ ਆ ਕਿ ਬਈ ਠੀਕ ਹੈ ਕੁਝ ਹੁੰਦਾ ਵੀ ਆਪਾਂ ਨੂੰ ਪਤਾ ਹੈ, ਪਰ ਮੈਂ ਇੱਕ ਗੱਲ ਕਹਿਣਾ, ਫਰਜ਼ ਕਰੋ ਮੈਂ ਇੱਕ ਸਵਾਲ ਕੀਤਾ ਸੀਗਾ ਐਜੂਕੇਸ਼ਨਲ ਮਿਨਿਸਟਰ ਹੇਅਰ ਸਾਹਿਬ ਨੂੰ, ਬਾਈ ਹੇਅਰ ਨੂੰ, ਆਪਣੇ ਚਲੋ ਬੜੇ ਮਾਲਵੇ ਦੇ ਉਹ ਕਹਿ ਲਓ ਕਿ ਇਸ ਵੇਲੇ ਯੰਗ ਲੀਡਰ ਨੇ। ਮੈਂ ਕਿਹਾ ਵੀ ਜੇ ਫਰਜ਼ ਕਰੋ 3 ਸਾਲ ਨੂੰ ਫੇਰ ਆ ਗਿਆ ਸਰਵੇ, ਉਹਦੇ ਚ ਫੇਰ ਤੁਸੀਂ ਅਵਲ ਆ ਗਏ, ਫਿਰ ਅਵਲ ਆ ਗਏ ਤੇ ਫਿਰ ਕਹੋਗੇ ਕਿ ਇਹ ਟਰੂ ਨਹੀਂ ਹੈ, ਇਹ ਸੱਚ ਨਹੀਂ ਹੈ। ਫਿਰ ਤੁਸੀਂ ਫਿਰ ਇਸ਼ਤਿਹਾਰ ਜਾਰੀ ਕਰਦੇ ਨੇ ਤਮਿਲਨਾਡੂ ਤੱਕ ਕਿ ਨਹੀਂ 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 ਅਸੀਂ ਤਾਂ ਫਸਟ ਆ ਗਏ, ਹੁਣ ਸੁਧਾਰ ਹੋ ਗਿਆ, ਐਕਚੁਅਲ ਚ ਹੁਣ ਸੁਧਾਰ ਹੋ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਜੇ ਦਿੱਲੀ ਅਵਲ ਆਈ ਹੁੰਦੀ, ਕੀ ਤੁਸੀਂ ਇਤਰਾਜ਼ ਕਰਦੇ ਇਹਦੇ ਤੇ ਵੱਡਾ ਸਵਾਲ। ਔਰ ਗੱਲ ਇਹ ਆ ਕਿ ਜੇ ਸਾਰਾ ਕੁਝ ਫਰਾਡ ਹੈ, ਤੇ ਆਪਾਂ ਨੂੰ ਪਤਾ ਭੁੱਲਰ ਸਾਹਿਬ ਇੰਡੀਆ ਬਈ 19-21 ਹੁੰਦੀ ਹੈ, ਇਹ ਤੇ ਮੰਨਣਾ ਪਏਗਾ। ਅੱਛਾ, ਫਿਰ ਤੁਸੀਂ ਅਖਬਾਰਾਂ ਦੀਆਂ ਕਾਤਰਾਂ ਉਦੋਂ ਪੋਸਟ ਕਰਦੇ ਰਹੇ ਓਪੋਜੀਸ਼ਨ ਦੇ ਵਿੱਚ, ਕਦੇ ਵੈਰੀਫਾਈਡ ਕੀਤੀਆਂ ਸੀ ਉਹ ਕਿ ਜੋ ਲਿਖ ਦਿੱਤਾ ਉਦੋਂ ਉਸ ਟਾਈਮ ਅੰਤਮ ਸੱਚ ਸੀਗਾ? ਫਿਰ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਡਰੱਗ ਦੇ ਅੰਕੜੇ ਲੈਂਦੇ, ਉਹ ਕਿੱਥੋਂ ਲੈਂਦੇ? ਤੁਹਾਡੇ ਕੋਲ ਤੇ ਪੰਜਾਬ ਦਾ ਅਧਿਐਨ ਹੀ ਹੈ ਨਹੀਂ, ਕੋਈ ਪੰਜਾਬ ਦੀ ਕੋਈ ਸਟੱਡੀ ਹੈ ਨਹੀਂ, ਤੁਹਾਡੇ ਕੋਲ ਏਮਸ ਦੀ ਇੱਕ ਸਟੱਡੀ ਪਈ ਹੈ,
ਤੁਹਾਡੇ ਕੋਲ ਇੱਕ ਕ੍ਰੇਡ ਦੀ ਪਈ ਹੈ ਤੇ ਇੱਕ ਮੇਰੇ ਖਿਆਲ ਦੇ ਨਾਲ ਪੀਜੀਆਈ ਦੀ ਪਈ ਹੈ। ਪੀਜੀਆਈ ਦੀ ਪਈ ਜੀ। ਤੁਹਾਡੇ ਕੋਲ ਤਿੰਨ ਨੇ, ਤੁਹਾਡੇ ਕੋਲ ਆਪ ਦੀ ਤਾਂ ਕੋਈ ਸਟੱਡੀ ਵੀ ਹੈ ਨਹੀਂ। ਫਿਰ ਇਹਦਾ ਮਤਲਬ ਕਿ ਉਹ ਵੀ ਸੈਂਟਰ ਨੇ ਆਪਾਂ ਨੂੰ ਬਦਨਾਮ ਕਰਨ ਵਾਸਤੇ ਬਣਾ ਰੱਖੀਆਂ ਨੇ। ਸੋ ਇਸ ਕਰਕੇ ਕਿਤੇ ਤੇ ਸਾਨੂੰ ਖਲੋਣਾ ਪਵੇਗਾ। ਹਾਂ ਠੀਕ ਹੈ ਕਿ ਆਪਾਂ ਭਾਈ ਹਾਂਜੀ ਮੈਂ ਆਪ ਦੇਖੇ ਪੇਪਰ ਮੰਗਾਏ ਟੀਚਰਾਂ ਕੋਲੋਂ ਵੀ ਮੈਨੂੰ ਦਿਖਾਓ ਸਹੀ, ਉਹਨਾਂ ਨੇ ਭੇਜੇ ਨੇ। 3 ਸਾਲ ਦੇ ਬੱਚੇ ਨੇ ਵੀ ਕਮਾਲ ਦੇ, ਜਿਹੜੇ OMR ਸ਼ੀਟ ਆ ਉਹ ਭਰਨੀ ਬੜੀ ਔਖੀ, ਜਿਹੜੇ ਗ੍ਰੈਜੂਏਸ਼ਨ ਵਾਲੇ ਬੱਚੇ ਜੀ ਟੈਸਟ ਦੇ ਬੜੇ ਟਫ ਆ। 10ਵੀਂ ਦੇ ਮੈਂ ਦੇਖਿਆ ਗਿਆ ਜਨਰਲ ਨੌਲੇਜ ਸਵਾਲ, ਉਹਦੇ ਚ ਇੱਥੋਂ ਤੱਕ ਪੁੱਛਿਆ ਗਿਆ ਰੂਸ ਦੀ ਕ੍ਰਾਂਤੀ ਬਾਰੇ ਪੁੱਛਿਆ ਗਿਆ, ਬੜੇ ਔਖੇ ਸਵਾਲ ਨੇ। ਤੇ ਅਸੀਂ ਔਖੇ ਸਵਾਲ ਮਾਸਟਰਾਂ ਨੇ ਮਿਹਨਤ ਕਰਵਾਈ, ਸਲਾਮ ਬਣਦਾ। ਬੱਚਿਆਂ ਨੇ ਉਹ ਟੈਸਟ ਪਾਸ ਕੀਤੇ, ਸਲਾਮ ਬਣਦਾ। ਪਰ ਘੱਟੋ ਘੱਟ ਪੰਜਾਬ ਸਰਕਾਰ ਛੱਡੋ, ਸਿੱਖਿਆ ਮੰਤਰੀ ਦੀ ਤਾਂ ਵੱਡੀ ਜ਼ਿੰਮੇਵਾਰੀ ਬਣਦੀ। ਮੀਤ ਤੇ ਜਿਹੜੇ ਤੁਸੀਂ ਨੌਜਵਾਨ, ਖੁਦ ਉਹਨਾਂ ਨੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੈਗੀ ਆ। ਹੌਸਲਾ ਅਫਜ਼ਾਈ ਵਾਸਤੇ ਦੋ ਸ਼ਬਦ ਤੇ ਬਹੁਤ ਮਿਲਦਾ। ਨਹੀਂ ਆਪਾਂ ਇਹ ਕਹਿ ਸਕਦੇ, ਚਲੋ ਇਹ ਮੰਨ ਲੈਂਦੇ ਔਰ ਇਹਨਾਂ ਦੀ ਗੱਲ ਨਾਲ ਮੁਤਫਿਕ ਵੀ ਹੋ ਜਾਂਦੇ ਭੁੱਲਰ ਸਾਹਿਬ, ਕਿ ਬਈ ਕਿਤੇ ਨਾ ਕਿਤੇ ਥੋੜੀ ਬਹੁਤ ਗੜਬੜ ਹੋਣ ਦਾ ਅੰਦੇਸ਼ਾ, ਇਮਕਾਨ ਹੈ। ਚਲੋ ਇਹ ਹੋ ਵੀ ਜਾਂਦੀ, ਆਪਾਂ ਨੂੰ ਪਤਾ ਹੈ। ਪਰ ਤੁਸੀਂ ਸਾਰੇ ਦਾ ਸਾਰਾ ਕੀਤਾ ਕਰਾਇਆ ਹੀ ਨਕਾਰ ਦਿਓ, ਰੱਦ ਕਰ ਦਿਓ, ਤਾਂ ਮੇਰੇ ਖਿਆਲ ਦੇ ਨਾਲ ਇਹ ਨਿਆਂ ਨਹੀਂ ਹੁੰਦਾ। ਆਪਾਂ ਕਿਸੇ ਮਹਿਕਮੇ ਨੂੰ, ਕਿਸੇ ਸੰਸਥਾ ਨੂੰ, ਕਿਸੇ ਜਥੇਬੰਦੀ ਨੂੰ ਪੂਰਨ ਤੌਰ ਤੇ ਨਕਾਰ ਹੀ ਦਈਏ ਕਿ ਇਹਦੇ ਚ ਤਾਂ ਸਾਰੇ ਹੀ ਮਾੜੇ ਆ, ਕੀ ਉਹ ਨਿਆਂ ਸੰਗਤ ਹੈ? ਭਾਈ ਜੀ ਅੱਜ ਪੰਜਾਬ ਸਰਕਾਰ ਨੇ 424 ਦੇ ਕਰੀਬ ਲੋਕਾਂ ਕੋਲੋਂ ਸਿਕਿਉਰਿਟੀ ਵਾਪਸ ਲੈ ਲਈ। ਉਹਨਾਂ ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨੇ, ਰਾਧਾ ਸਵਾਮੀ ਜਿਹੜਾ ਸਤਸੰਗ ਬਿਆਸ ਦੇ ਮੁਖੀ ਵੀ ਨੇ, ਜਥੇਦਾਰ ਸਾਹਿਬ ਦੀ ਸਿਕਿਉਰਿਟੀ ਬਹਾਲ ਵੀ ਕਰ ਦਿੱਤੀ ਜਾਂਦੀ ਆ। ਇੱਕ ਤੇ ਇਸ਼ੂ ਹੈ ਨਾਲ ਦੀ ਨਾਲ, ਕੀ ਜਿਨ੍ਹਾਂ ਲੋਕਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ, ਤੁਹਾਡੇ ਮੁਤਾਬਕ ਉਹਨਾਂ ਦੇ ਨਾਮ ਸਰਕਾਰ ਨੂੰ ਨਸ਼ਰ ਕਰਨੇ ਚਾਹੀਦੇ ਕਿ ਨਹੀਂ ਚਾਹੀਦੇ? ਦੇਖੋ, ਜਦੋਂ ਮਾਰਕੇਬਾਜ਼ੀ ਹੋਏਗੀ, ਜਦੋਂ ਹਰੇਕ ਮਾਮਲੇ ਦੇ ਵਿੱਚ ਵਧਾ ਚੜਾ ਕੇ, ਜਿੱਦਾਂ ਨਰਿੰਦਰ ਮੋਦੀ ਕਰਦੇ ਇਵੈਂਟ ਮੈਨੇਜਮੈਂਟ, ਤਾਂ ਜਦੋਂ ਇਵੈਂਟ ਮੈਨੇਜਮੈਂਟ ਕਰੋਗੇ ਤੁਸੀਂ, ਤਾਂ ਫਿਰ ਇਹ ਚੀਜ਼ਾਂ ਕਹਿ ਲਓ ਕਿਤੇ ਨਾ ਕਿਤੇ ਦਾਅ ਤੇ ਲੱਗਣਗੀਆਂ। ਦੇਖੋ, ਸਿਕਿਉਰਿਟੀ ਤੁਸੀਂ ਦਿੰਦੇ ਕਿਉਂ? ਕਿਉਂਕਿ ਕਿਸੇ ਨੂੰ ਖਤਰਾ ਜਾਂ ਕਿਸੇ ਦੀ ਜ਼ਰੂਰਤ ਹੈ VIP ਦੀ। ਤਾਂ ਹੁਣ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਹੈ, ਉਹ ਜਿਹੜਾ ਕੌਨਫੀਡੈਂਸ਼ੀਅਲ ਲੈਟਰ ਹੋਣਾ ਚਾਹੀਦਾ ਹੈ, ਉਹ ਜਿਵੇਂ ਮੀਡੀਆ 'ਚ ਲੀਕ ਹੋਇਆ, ਜਿਸ ਤਰੀਕੇ ਦੇ ਨਾਲ ਜਨਤਾ 'ਚ ਗਿਆ, ਉਹ ਵਾਕਿਆ ਹੀ ਹੈਰਾਨ ਕਰਦਾ ਕਿ ਬਈ ਇਹ ਲੀਕ ਕਿਹਨੇ ਕੀਤਾ ਜਾਂ ਕਰਵਾਇਆ ਕਿਹਨੇ, ਬੜਾ ਵੱਡਾ ਸਵਾਲ ਆ। ਔਰ ਗੱਲ ਇਹ ਆ ਕਿ ਫਿਰ ਦੂਜੀ ਚੀਜ਼ ਦੇਖੋ ਤੁਸੀਂ, ਕਿ ਮੀਡੀਆ ਦਾ ਵੀ ਅੱਜ ਕੱਲ ਰੋਲ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕਰਦੇ ਆ, ਕਿ ਦਰਸ਼ਕ ਨੂੰ ਤੇ ਸਮਝ ਹੀ ਨਹੀਂ ਆਉਂਦਾ ਕਿ ਉਹ ਸ਼ਾਟ ਖੇਡ ਰਹੇ ਨੇ ਜਾਂ ਕੁਝ ਹੋਰ ਕਰ ਰਹੇ ਨੇ। ਕਿ ਗੱਲ ਇਹ ਆ ਕਿ ਬਈ ਤੁਸੀਂ ਸਿੱਧੀ ਗੱਲ ਕਹੋ, ਉਸ ਲੈਟਰ ਦੇ ਵਿੱਚ ਸਾਫ਼-ਸਾਫ਼ ਲਿਖਿਆ, ਪਹਿਲੀ ਗੱਲ ਤੇ ਕੋਈ ਸਿਕਿਉਰਿਟੀ ਵਾਪਸ ਹੋਈ ਹੋਈ ਨਹੀਂ, ਉਹ ਇੱਕ ਕਟੌਤੀ ਹੈ। ਤੇ ਕਟੌਤੀ ਕਿੰਨੀ ਹੈ? ਕਿਸੇ ਕੋਲ ਦਰਜਨ ਨੇ ਤੇ ਉਹਦੇ ਕੋਲ ਇੱਕ ਵਾਪਸ ਆ ਗਿਆ, 11 ਰਹਿ ਗਏ। ਕਿਸੇ ਕੋਲ 8 ਨੇ ਤੇ 2 ਵਾਪਸ ਆ ਗਏ, 6 ਰਹਿ ਗਏ। ਹੁਣ ਇਹਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਗਲਤ ਚੱਲੇ ਜਾਂਦੀਆਂ। ਜੇ ਆਪਾਂ ਦੇਖੀਏ ਤਾਂ ਹੁਣ ਜਿਵੇਂ ਜਥੇਦਾਰ ਜੀ ਉਹ ਫਿਰ ਅੱਜ ਕੱਲ ਥੋੜਾ ਜਿਹਾ ਇੱਕ ਕਹਿ ਲਓ ਕਿ ਵੱਖਰੇ ਸਟਾਂਸ ਤੇ ਚੱਲ ਰਹੇ ਨੇ, ਥੋੜਾ ਜਿਹਾ ਗਿਆਨੀ ਗੁਰਬਚਨ ਸਿੰਘ ਦੇ ਮੁਕਾਬਲੇ ਜੇ ਤੁਸੀਂ ਵੇਖੋਗੇ ਤਾਂ ਖੁੱਲ ਕੇ ਚੱਲ ਰਹੇ ਨੇ ਅੱਜ ਕੱਲ। ਉਹਨਾਂ ਨੇ ਬੜੀ ਜਲਦੀ ਇਹਨਾਂ ਦੇ ਮੂਵ ਨੂੰ ਕਾਊਂਟਰ ਕਰਕੇ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਫਸਾ ਦਿੱਤਾ ਕਿ ਬਈ ਉਹਨਾਂ ਨੇ ਦੇਖੋ ਨਾ ਜਜ਼ਬਾਤ ਕਿੱਦਾਂ ਜੋੜਿਆ ਕਿ ਸਿੱਖ ਕੌਮ ਦੇ ਨੌਜਵਾਨ ਹੈਗੇ ਨੇ। ਇੱਕ ਬੜਾ ਜਜ਼ਬਾਤੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦਾ ਸਟੇਟਮੈਂਟ ਸੀਗਾ, ਨਪਿਆ ਤੋਲਿਆ। ਔਰ ਹੋਇਆ ਵੀ ਕੀ ਕਿ SCPC ਦੇ ਕਰਮਚਾਰੀ ਉਹਨਾਂ ਦੇ ਗੇਟ ਦੇ ਮੂਹਰੇ ਆ ਗਏ। ਪਰ ਇਹਨਾਂ ਨੇ ਜਲਦੀ ਚ ਫਿਰ ਯੂ ਟਰਨ ਮਾਰਿਆ। ਯੂ ਟਰਨ ਦੇ ਵਿੱਚ ਤੇ ਤੁਹਾਨੂੰ ਪਤਾ ਯੂ ਟਰਨ ਹੀ ਹੋ ਜਾਂਦਾ ਹੈ, ਯੂ ਟਰਨ ਤਾਂ ਯੂ ਟਰਨ ਹੀ ਬਣਾ ਲਿਆ ਬਸ ਏਦਾਂ ਹੀ। ਤਾਂ ਫਿਰ ਹੋਇਆ ਕਿ ਇਹਨਾਂ ਨੇ ਸਿਕਿਉਰਿਟੀ ਬਹਾਲ ਕਰ ਦਿੱਤੀ, ਉਹਨਾਂ ਆਖਿਆ ਸੀ ਲੈਣੀ ਨਹੀਂ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਜਜ਼ਬਾਤੀ ਮੁੱਦਾ ਬਣਾ ਦਿੱਤਾ ਉਹਨਾਂ ਨੇ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਫਤਿਹ ਜੰਗ ਬਾਜਵਾ ਨੇ ਇੱਕ ਤਰ੍ਹਾਂ ਨਾਲ ਦਾਬਾ ਮਾਰਿਆ ਕਿ ਸ਼ਾਮ ਤੱਕ ਜੇ ਤੁਸੀਂ ਬਹਾਲ ਨਾ ਕੀਤੀ ਮੈਂ ਹਾਈਕੋਰਟ ਚਲ ਜਾਊਂ। ਇਹਨਾਂ ਨੇ ਉਹਦੀ ਵੀ ਸਿਕਿਉਰਿਟੀ ਬਹਾਲ ਕਰ ਦਿੱਤੀ। ਮਤਲਬ ਇਹ ਹੈ ਕਿ ਜੇ ਤੁਸੀਂ ਬਹਾਲ ਹੀ ਕਰਨੀ ਹੈ ਤੇ ਵਾਪਸ ਕਿਉਂ ਲਈਏ? ਤਾਂ ਘੱਟੋ ਘੱਟ 450 ਦੇ ਵਿੱਚੋਂ ਤੁਸੀਂ ਦੇਖ ਲਓ ਕਿ ਕਿਹੜੇ ਬੰਦੇ ਦੀ ਸਿਕਿਉਰਿਟੀ ਦੇ ਵਿੱਚ ਕਿੰਨੇ ਗਨਮੈਨ ਆ, ਅਸੀਂ ਉਹਦੇ ਚ ਕਟੌਤੀ ਕਿਹਦੇ ਚ ਕਰ ਸਕਦੇ ਕਿ ਕਿਹੜਾ ਬੰਦਾ ਹੈ ਜਿਹਦੇ ਕੋਲ ਵਾਫਰ ਨੇ, ਤੇ ਇੱਕ ਬੰਦਾ ਜਿਹੜਾ ਬੁਲਾਇਆ ਜਾਵੇ ਔਰ ਸਿੱਧਾ ਤੁਸੀਂ ਆਰਡਰ ਦੇ ਵਿੱਚ ਪੰਜਾਬੀ ਚ ਲਿਖੋ, ਜਾਂ ਤੁਸੀਂ ਜਦੋਂ ਉਹ ਲੀਕ ਹੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੋਈ ਪ੍ਰੈਸ ਨੋਟ ਜਾਰੀ ਕਰ ਸਕਦੇ ਕਿ ਅਸੀਂ ਸਿਕਿਉਰਿਟੀ ਵਾਪਸ ਨਹੀਂ ਲਈ। ਔਰ ਸਿਕਿਉਰਿਟੀ ਇਸ ਤਰ੍ਹਾਂ ਸਰਕਾਰ ਵਾਪਸ ਨਹੀਂ ਲੈ ਸਕਦੀ, ਆਪਾਂ ਨੂੰ ਵੀ ਪਤਾ ਹੈ, ਕਿਉਂਕਿ ਜ਼ਿੰਮੇਵਾਰੀ ਜਾਨ ਮਾਲ ਦੀ ਹਿਫਾਜ਼ਤ ਹੀ ਇਹਨਾਂ ਦੇ ਜ਼ਿੰਮੇ ਹੈ।
ਜੇ ਕੱਲ ਨੂੰ ਕੋਈ ਅਵੀ ਨਵੀ ਹੋਗੀ ਤੇ ਉਹਦੇ ਜ਼ਿੰਮੇਵਾਰ ਵੀ ਇਹ ਹੋਣਗੇ। ਸੋ ਇਸ ਕਰਕੇ ਜੋ ਸਾਰਾ ਘਟਨਾਕ੍ਰਮ ਰਿਹਾ, ਇਹਦੇ ਵਿੱਚ ਮਾਰਕੇਬਾਜ਼ੀ ਨੇ ਕਹਿ ਲੋ ਕਿ ਇਹਨਾਂ ਨੂੰ ਨਾ ਸਿਰਫ ਬੈਕਫੁੱਟ ਤੇ ਧੱਕਿਆ, ਬਲਕਿ ਇੱਕ ਸਵਾਲ ਵੀ ਬੜਾ ਕਹਿ ਲੋ ਕਿ ਉਮਦਾ ਸਵਾਲ ਜਿਹੜਾ ਇਹਨਾਂ ਦੇ ਸਾਹਮਣੇ ਖੜਾ ਕਰ ਦਿੱਤਾ ਕਿ ਭਾਈ ਇੱਕ ਪਾਸੇ ਤੇ ਤੁਸੀਂ ਕੰਪਨੀਆਂ ਮੰਗ ਰਹੇ ਹੋ ਸੈਂਟਰ ਤੋਂ ਕਿ ਲਾਅ ਐਂਡ ਆਰਡਰ ਦਾ ਜਿਹੜਾ ਮਾਮਲਾ ਬੜਾ ਸੈਂਸਿਟਿਵ ਹੋ ਗਿਆ ਜੀ, ਸਾਨੂੰ 10 ਨਾਲ ਨਹੀਂ ਸਰਦਾ, 10 ਹੋਰ ਕੰਪਨੀਆਂ ਦੇ ਦਿਓ। ਤਾਂ ਦੂਸਰੇ ਪਾਸੇ ਇਸ ਤਰ੍ਹਾਂ ਦੇ ਵੀਆਈਪੀਜ਼ ਨੂੰ ਸਿਕਿਉਰਿਟੀ ਚਾਹੇ ਵਾਪਸ ਕਹਿ ਲਓ ਤੇ ਚਾਹੇ ਕਟੌਤੀ ਕਹਿ ਲਓ, ਮੇਰੇ ਮੁਤਾਬਕ ਕਟੌਤੀ ਹੈ। ਬਿਲਕੁਲ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਵਾਸਤੇ ਤੁਸੀਂ ਸਮਾਂ ਕੱਢਿਆਗਾ। ਔਰ ਜਿਸ ਤਰ੍ਹਾਂ ਪੰਜਾਬ ਨੇ ਅੱਜ ਸਿਕਿਉਰਿਟੀ 'ਚ ਕਟੌਤੀ ਕੀਤੀ, ਲੱਗਦਾ ਕਿ ਨਾਮ ਨਸ਼ਰ ਨਹੀਂ ਕਰਨੇ ਚਾਹੀਦੇ। ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਕਟੌਤੀ ਵਾਪਸ ਲੈ ਲਈ, ਬਹਾਲ ਕਰਤੀ। ਇਹ ਵੀ ਸਰਕਾਰ ਯੂ ਟਰਨ ਲੈ ਗਈ। ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਜਿਹੜੀ ਸਰਕਾਰ ਬਣੀ ਲਗਾਤਾਰ ਯੂ ਟਰਨ ਲੈ ਰਹੀ ਹੈ।